ਧੰਨ ਵਾਹਿਗੁਰੂ। ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ। ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ। ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ। ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰ ਹੱਥ। ਸਤਿਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਪ੍ਰਭਾਤੇ ਤਾਰੇ ਖਿਸਹਿ ਤੋ ਇਹੋ ਖਿਸੈ ਸਰੀਰ। ਏ ਦੋਏ ਅੱਖਰ ਨਾ ਖਿਸਹਿ ਸੋ ਗਹਿ ਰਹਿਓ ਕਬੀਰ। ਕਬੀਰ ਪ੍ਰਭਾਤੇ ਤਾਰੇ ਖਿਸਹਿ ਤਿਉ ਇਹੋ ਖਿਸਹਿ ਸਰੀਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਗਰੀਬ ਨਿਵਾਜ ਨਿਮਾਣਿयों के मान ਨਿਤਾਣਿयों के ताण ਨਿਉਟਿयों की ओट। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਸਤਿਗੁਰਾਂ ਦੇ ਪਾਵਨ ਮੁਬਾਰਕ ਚਰਨਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਸਤਿਗੁਰਾਂ ਦਾ ਖਾਸ ਰੂਪ ਸਾਧ ਸੰਗਤ ਜੀਓ। ਵਡਭਾਗੇ ਹਾਂ ਸਤਿਗੁਰਾਂ ਨੇ ਇਹ ਸੁਭਾਗ ਬਖਸ਼ਿਸ਼ ਕੀਤਾ। ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਭ੍ਰਮ ਚੋਟਾਂ ਖਾਵੈ। ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਮਿਲ ਬੈਠ ਕਰਕੇ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹਾਂ। ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸੋਦਰ ਰਹਿਰਾਸ ਸਾਹਿਬ
ਆਰਤੀ ਆਰਤਾ ਹਰ ਜਸ ਕੀਰਤਨ ਆਪ ਜੀ ਸ਼ਰਵਣ ਕਰ ਰਹੇ ਸੋ। ਚੱਲ ਰਹੀ ਕਥਾ ਵਿਚਾਰ ਸ਼੍ਰੋਮਣੀ ਭਗਤ ਕਬੀਰ ਸਾਹਿਬ ਦੇ ਰਸਨਾ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਸ਼ਲੋਕ ਭਗਤ ਕਬੀਰ ਜੀਓ ਕੇ। ਹੁਣ ਤੱਕ ਆਪਾਂ 170 ਸ਼ਲੋਕਾਂ ਦੀ ਵਿਚਾਰ ਪਿਛਲੇ ਕਈ ਦਿਨਾਂ ਤੋਂ ਕਰਦੇ ਆ ਰਹੇ ਹਾਂ। 170 ਸ਼ਲੋਕਾਂ ਦੀ ਵਿਚਾਰ ਹੋ ਚੁੱਕੀ ਹੈ। ਅੱਜ ਵਿਚਾਰ ਅਧੀਨ ਪਹਿਲਾ ਸ਼ਲੋਕ, ਦੂਸਰਾ ਸ਼ਲੋਕ, ਤੀਸਰਾ ਸ਼ਲੋਕ, ਇਹਨਾਂ ਤਿੰਨਾਂ ਹੀ ਸ਼ਲੋਕਾਂ ਦਾ ਜੋ ਵਿਸ਼ਾ ਵਸਤੂ ਹੈ ਉਹ ਮਨੁੱਖਾ ਸਰੀਰ ਹੈ ਅਤੇ ਮਨੁੱਖਾ ਸਰੀਰ ਦੇ ਨਾਲ ਇਹਦਾ ਪ੍ਰਯੋਜਨ ਕੀ ਹੈ। ਮਨੁੱਖਾ ਸਰੀਰ ਦਾ ਕਿਉਂ ਪ੍ਰਾਪਤ ਹੋਇਆ। ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਪ੍ਰਯੋਜਨ ਹੈ ਮਨੁੱਖਾ ਸਰੀਰ ਦਾ। ਅਸੀਂ ਬਹੁਤਾ ਸਮਾਂ ਤੇ ਸਮਝਦੇ ਹੀ ਨਹੀਂ, ਪਤਾ ਹੀ ਨਹੀਂ ਲੱਗਦਾ ਕਿ ਕਿਸ ਵਾਸਤੇ ਆਏ ਹਾਂ। 10 ਬਾਲਤਨ 20 ਸ਼ਰਵਣ, 30 ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ, 50 ਸੀ ਪਗ ਖਿਸੈ, 60 ਕੇ ਬੁੱਢੇ ਪਾਇਆਵੈ, 70 का मतहीन, 80 का व्यवहार न पावै, 90 का सहजासनी, मूल न जाने अप बल, टंडोलम ढूडम डिठ मैं, नानक जग ਧੂਏ ਕਾ ਤਵਲਹਰ। ਇਹ ਸਾਡੀ ਉਮਰ ਨੂੰ ਵੰਡ ਕੇ ਦੱਸਤਾ ਮਹਾਰਾਜ ਜੀ ਨੇ ਕਿ ਆਹ ਕੁਝ ਖੇਡ ਹੈ। ਅਸੀਂ ਇਉਂ ਚੱਲਦੇ ਹਾਂ ਕਿ ਹਾਲੇ ਤੇ ਬੱਚਾ ਹੈ, ਕੋਈ ਗੱਲ ਨਹੀਂ, ਵੱਡਾ ਹੋਵੇਗਾ ਆਪੇ ਕਰ ਲੇਗਾ। ਥੋੜ੍ਹਾ ਵੱਡਾ ਹੋਇਆ ਤੇ ਖੇਡਾਂ ਵਿੱਚ ਲੱਗ ਗਿਆ, ਹਾਲੇ ਵੀ ਕੋਈ ਧਿਆਨ ਨਹੀਂ। ਕਿਹਾ ਜਾਂਦਾ ਹਾਲੇ ਤੇ ਹੱਸਣ ਖੇਡਣ ਦੀ ਉਮਰ ਹੈ, ਹਜੇ ਕੀ ਲੋੜ ਹੈ ਇਹੋ ਜਿਹੀਆਂ ਗੱਲਾਂ ਕਰਨ ਦੀ, ਇਹ ਤਾਂ ਸਿਆਣਿਆਂ ਬੰਦਿਆਂ ਦਾ ਕੰਮ ਹੈ। ਨਹੀਂ ਭਾਈ, ਕਬੀਰ ਸਾਹਿਬ ਕਹਿੰਦੇ ਨੇ, ਜੈਸੀ ਨਿਭਹੀ ਪੇੜ ਤੇ ਮੁੱਢ ਤੋਂ ਜਿਹੋ ਜਿਹੀ ਸਿੱਖਿਆ ਮਿਲੇਗੀ ਨਾ, ਜੋ ਤੈਸੀ ਨਿਭੈ ਓੜ, ਸਿਰੇ ਤੱਕ ਉਹ ਨਿਭ ਜਾਵੇ ਨਾ, ਤੇ ਕਹਿੰਦੇ ਹੀਰਾ ਕਿਸ ਕਾ ਬਾਪੁਰਾ ਪੁੱਜਹਿ ਨਾ ਰਤਨ ਕਰੋੜ। ਹੀਰਾ ਵੀ ਕਹਿੰਦੇ ਕਾਹਦਾ ਫਿਰ ਉੱਥੇ, ਹੀਰੇ ਨੂੰ ਬੇਸ਼ਕੀਮਤੀ ਪਦਾਰਥ ਮੰਨਿਆ ਗਿਆ ਹੈ। ਭਾਈ ਗੁਰਦਾਸ ਜੀ ਨੇ ਕਈ ਵਾਰ ਜ਼ਿਕਰ ਕੀਤਾ, ਕਵਿਤ ਸਵਈਆਂ ਦੇ ਵਿੱਚ ਵੀ, ਵਾਰਾਂ ਦੇ ਵਿੱਚ ਵੀ, ਕਹਿੰਦੇ ਹੀਰਾ ਉਦੋਂ ਛੋਟਾ ਪੈ ਜਾਂਦਾ ਹੈ ਜੇ ਸ਼ੁਰੂ ਤੋਂ ਬਚਪਨ ਤੋਂ ਲੈ ਕੇ ਚੰਗੀ ਸਿੱਖਿਆ ਬੱਚੇ ਨੂੰ ਪ੍ਰਾਪਤ ਹੋਵੇ। ਪਰ ਸੰਸਾਰ ਦੀ ਖੇਡ ਮਹਾਰਾਜ ਜੀ ਦੱਸਦੇ ਨੇ, 20 ਕਾ ਸੁੰਦਰ ਕਹਾਵੈ, 30 ਕਾ ਸੁੰਦਰ ਕਹਾਵੈ, 20 ਸ਼ਰਵਣ। ਅਗਲੀ ਅਵਸਥਾ ਆਉਂਦੀ ਹੈ ਤੇ ਆਪਣੇ ਆਪ ਨੂੰ ਸੋਹਣਾ ਕਿ ਮੇਰੇ ਤੋਂ ਵੱਧ ਕੋਈ ਦੁਨੀਆ ਦੇ ਵਿੱਚ ਹੋਰ ਸੋਹਣਾ ਹੈ ਹੀ ਨਹੀਂ, ਕਿਸੇ 'ਤੇ ਸੁਹੱਪਣ ਹੈ ਹੀ ਨਹੀਂ। ਤੇ ਮਹਾਰਾਜ ਜੀ ਕਹਿੰਦੇ 40 ਸੀ ਪੁਰ ਹੋਏ। ਇਹ ਖੇਡ ਦੱਸਦੀ ਕਿ ਇੱਥੋਂ ਕੁ ਤੱਕ ਭੱਜ ਦੌੜ ਕਰ ਸਕਦੇ ਹਾਂ, ਪਰ ਇਹ ਤਾਂ ਸਾਡਾ ਸਮਾਂ ਸਾਰਾ ਲੰਘ ਹੀ ਗਿਆ। 85 ਪੱਗ ਖਿਸੈ, ਭਾਵ ਸਰੀਰ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਅਗਲਾ ਜ਼ਿਕਰ ਕੀਤਾ। ਸਿੱਖ ਪੰਥ ਦੇ ਮਹਾਨ ਵਿਦਵਾਨ ਕਵੀ ਰਾਜ ਭਾਈ ਸੰਤੋਖ ਸਿੰਘ ਜੀ, ਉਹਨਾਂ ਨੇ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਸਾਡੀ ਉਮਰ ਨੂੰ ਵੰਡ ਕੇ ਦੱਸਿਆ ਵੀ ਸਾਡੇ ਪੱਲੇ ਕਿੰਨੇ ਕੁ ਸਾਲ, ਕਿੰਨੇ ਕੁ ਦਿਨ ਬਚਦੇ ਨੇ। ਕਿਤੇ ਗਿਣਤੀ ਕਰਕੇ ਦੇਖੀਏ ਤੇ ਸੱਚਮੁੱਚ ਸਾਡੇ ਕੋਲ ਸਮਾਂ ਬਹੁਤ ਥੋੜ੍ਹਾ ਹੈ। ਇਹ ਕਹਿ ਲਈਏ ਕਿ ਹੈ ਹੀ ਨਹੀਂ। ਭਾਈ ਸਾਹਿਬ ਕਹਿਣ ਲੱਗੇ, ਜੇ ਮੰਨ ਲਿਆ ਜਾਵੇ ਕਿ ਸਾਨੂੰ 100 ਸਾਲ ਜਿਉਣ ਵਾਸਤੇ ਉਮਰ ਮਿਲੀ ਹੈ ਤੇ ਉਹ 100 ਸਾਲਾਂ ਦੇ ਵਿੱਚੋਂ 50 ਸਾਲ ਆਪਾਂ ਸੌਂ ਕੇ ਲੰਘਾ ਦਿੰਦੇ ਹਾਂ। 12 ਘੰਟਿਆਂ ਦਾ ਦਿਨ ਹੈ, 12 ਘੰਟਿਆਂ ਦੀ ਰਾਤ ਹੈ। ਅੱਧਾ ਜਿਹੜਾ ਸੌਂ ਕੇ ਲੰਘ ਗਿਆ
ਤੇ ਭਾਈ ਸਾਹਿਬ ਅੱਗੇ ਕਹਿੰਦੇ ਉਹਨਾਂ ਦੇ ਵਿੱਚੋਂ ਕਿੰਨੇ ਸਾਲ ਬਚਪਨ ਦੇ ਉਹ ਮਾਈਨਸ ਕਰ ਦਿਓ, ਕਿੰਨੇ ਸਾਲ ਬੁਢੇਪੇ ਦੇ ਜਿੱਥੇ ਜਾ ਕੇ ਨੈਨੋ ਨੀਰ ਬਹਿ ਤਨ ਖੀਨਾ ਭਏ ਕੇਸ ਦੁੱਧਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਨੀ, ਉਹ ਕੱਢ ਦਿਓ, ਪਿੱਛੇ ਕੀ ਰਹਿ ਗਿਆ। ਉਸ ਤੋਂ ਅੱਗੇ ਹੋਰ ਜ਼ਿਕਰ ਕਰਦੇ ਨੇ, ਵਿਸਥਾਰ ਹੋਰ ਕਰਦੇ ਨੇ। ਇਕੱਲਾ ਇੱਥੇ ਹੀ ਨਹੀਂ ਕਿ 2 ਹਿੱਸਿਆਂ ਵਿੱਚ 12 ਘੰਟਿਆਂ ਦੀ ਦਿਨ ਹੈ ਅਤੇ 12 ਘੰਟਿਆਂ ਦੀ ਰਾਤ ਹੈ, ਅੱਧੀ ਉਮਰ ਰਹਿ ਗਈ। ਉਹਦੇ ਵਿੱਚੋਂ ਵੀ ਉਹ ਡਿਵਾਈਡ ਕਰਦੇ ਨੇ 10-15 ਸਾਲ ਜਿਹੜੇ ਬਚਪਨ ਦੇ ਕਹਿੰਦੇ ਮਾਈਨਸ ਕਰ ਦਿਓ, ਅਤੇ ਅਗਲੇ ਜਿਹੜੇ 20 ਸਾਲ, ਕਿਉਂਕਿ 70 ਕਾ ਮਤਹੀਨ 80 ਕਾ ਵਿਵਹਾਰ ਨਾ ਪਾਵੇ, ਸਰੀਰ ਨਿਰਬਲ ਹੋ ਜਾਂਦਾ ਹੈ। ਬਹੁਤ ਵਿਰਲੇ ਨੇ ਜਿਨ੍ਹਾਂ ਨੇ ਆਪਣੇ ਸਰੀਰ ਨੂੰ ਸਾਂਭਿਆ, ਉੱਥੋਂ ਤੱਕ ਸਰੀਰ ਸਹੀ ਕਿਰਿਆ ਕਰਦਾ ਹੈ। ਭਾਈ ਸਾਹਿਬ ਕਹਿੰਦੇ ਉਹ ਮਾਈਨਸ ਕਰ ਦਿਓ। ਇਸ ਤੋਂ ਅੱਗੇ ਉਹ ਕਹਿੰਦੇ ਨੇ ਕਿੰਨਾ ਸਮਾਂ ਅਸੀਂ ਖਾਣ ਪੀਣ ਦੇ ਵਿੱਚ ਰੋਜ਼ਾਨਾ ਜਾਇਆ ਕਰਦੇ ਹਾਂ। ਇੱਕ ਮੋਟੀ ਜਿਹੀ ਗਿਣਤੀ ਆਪਾਂ ਆਪਣੇ ਜੀਵਨ 'ਤੇ ਕਰਕੇ ਦੇਖੀਏ, ਮੈਨੂੰ ਲੱਗਦਾ 2 ਘੰਟੇ ਤੇ ਆਪਾਂ ਖਾਣ ਪੀਣ 'ਤੇ ਵੀ ਲੰਘਾ ਦਿੰਦੇ ਹਾਂ ਦਿਹਾੜੀ ਦੇ ਵਿੱਚ। ਉਹਨਾਂ ਸਮਿਆਂ ਦੇ ਵਿੱਚ ਮੋਬਾਇਲ ਫੋਨ ਨਹੀਂ ਸੀ, ਜੇ ਕਿਤੇ ਹੁੰਦੇ ਤਾਂ ਭਾਈ ਸਾਹਿਬ ਨੇ ਘੱਟੋ ਘੱਟ 6 ਘੰਟੇ ਰੋਜ਼ਾਨਾ ਦੇ ਫੋਨ ਦੇ ਵੀ ਕੱਢ ਦੇਣੇ ਸੀ। ਅੱਜ ਕੱਲ੍ਹ ਦੀ ਇਹ ਵੀ ਹਾਲਾਤ ਬਣੀ ਪਈ ਹੈ, ਕਿਤੇ ਸਕਰੀਨ ਟਾਈਮਿੰਗ ਵੇਖਿਆ ਜਾਵੇ। ਅਸੀਂ ਕਹਾਂਗੇ ਅਸੀਂ ਫੋਨ ਨਹੀਂ ਯੂਜ ਕਰਦੇ, ਅਸੀਂ ਮੋਬਾਇਲ ਯੂਜ ਨਹੀਂ ਕਰਦੇ, ਪਰ ਸੌਣ ਤੋਂ ਪਹਿਲਾਂ ਇੱਕ ਵਾਰ ਜੇ ਦੇਖਿਆ ਜਾਵੇ ਤਾਂ 5-6 ਘੰਟੇ ਤੋਂ ਘੱਟ ਗਿਣਤੀ ਉਹਦੀ ਵੀ ਨਹੀਂ ਆਉਂਦੀ। ਕਿੰਨਾ ਸਮਾਂ ਅਸੀਂ ਉੱਧਰ ਬਰਬਾਦ ਕਰ ਰਹੇ ਹਾਂ ਇੰਟਰਟੇਨਮੈਂਟ ਦੇ ਨਾਮ ਦੇ ਉੱਪਰ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਕਿੰਨਾ ਸਮਾਂ ਮਲ ਮੂਤਰ ਤਿਆਗਣ ਦੇ ਵਿੱਚ, ਫਿਰ ਹੋਰ ਵਾਧੂ ਘਾਟੂ ਦੀਆਂ ਗੱਲਾਂ ਕਰਦਿਆਂ ਸਮਾਂ ਬਤੀਤ ਹੁੰਦਾ। ਜਦੋਂ ਇਸ ਤਰ੍ਹਾਂ ਦੇ ਕੈਲਕੂਲੇਟ ਨੂੰ ਦੇਖਦੇ ਆ ਨਾ, ਫਿਰ ਇੰਝ ਲੱਗਦਾ ਕਿ ਭਾਈ ਤੇਰੇ ਕੋਲ ਤਾਂ ਹੈ ਹੀ ਕੁਛ ਨਹੀਂ। ਕਿੰਨਾ ਸਮਾਂ ਜਿਹੜਾ ਉਹ ਬਰਬਾਦ ਹੋ ਚੁੱਕਿਆ ਹੈ। ਕਬੀਰ ਸਾਹਿਬ ਆਪਣੀ ਪਾਵਨ ਰਚਨਾ ਰਾਹੀਂ ਇਹ ਸਿੱਖਿਆ ਦੇ ਰਹੇ ਨੇ, ਉਪਦੇਸ਼ ਦੇ ਰਹੇ ਨੇ ਕਿ ਭਾਈ ਇਹ ਜੋ ਮਨੁੱਖਾ ਸਰੀਰ ਪ੍ਰਾਪਤ ਹੋਇਆ ਨਾ, ਇਹ ਬੜਾ ਕੀਮਤੀ ਹੈ। ਕਬੀਰ ਪ੍ਰਭਾਤੇ ਤਾਰੇ ਖਿਸ ਹੈ, ਤਿਉਂ ਇਹੋ ਖਿਸੈ ਸਰੀਰ। ਰਾਤ ਹੁੰਦੀ ਹੈ, ਸੂਰਜ ਜਦੋਂ ਆਪਣੀ ਦਿਸ਼ਾ ਬਦਲ ਜਾਂਦਾ ਹੈ, ਇੱਕ ਜਗ੍ਹਾ 'ਤੇ ਹਨੇਰਾ ਹੁੰਦਾ ਹੈ, ਇੱਕ ਜਗ੍ਹਾ 'ਤੇ ਚਾਨਣ ਹੋ ਜਾਂਦਾ ਹੈ। ਜਦੋਂ ਹਨੇਰਾ ਹੁੰਦਾ ਹੈ ਤਾਂ ਤਾਰੇ ਚਮਕਦੇ ਨੇ, ਪਰ ਜਦੋਂ ਪ੍ਰਭਾਤ ਹੁੰਦੀ ਹੈ, ਸਵੇਰ ਹੁੰਦੀ ਹੈ, ਸੂਰਜ ਦੀ ਜਿਹੜੀ ਲੋ ਲੱਗਣੀ ਸ਼ੁਰੂ ਹੁੰਦੀ ਹੈ, ਕਿਰਨਾਂ ਸ਼ੁਰੂ ਹੁੰਦੀਆਂ ਧਰਤੀ 'ਤੇ, ਅਤੇ ਉਹਦੇ ਨਾਲ ਆਕਾਸ਼ ਵੱਲ ਨੂੰ ਵੀ ਚਾਨਣ ਵੱਧਦਾ ਹੈ, ਅਤੇ ਜਿਹੜੇ ਤਾਰੇ ਨੇ ਉਹ ਸਾਨੂੰ ਦਿਖਣੋਂ ਹਟ ਜਾਂਦੇ ਨੇ। ਕਬੀਰ ਸਾਹਿਬ ਕਹਿੰਦੇ ਜਿਵੇਂ ਦਿਨ ਚੜ੍ਹਨ ਦੇ ਨਾਲ, ਪ੍ਰਭਾਤ ਹੋਣ ਦੇ ਨਾਲ ਤਾਰੇ ਅਲੋਪ ਹੋ ਜਾਂਦੇ ਨੇ, ਉਹ ਜਾਂਦੇ ਕਿਤੇ ਨਹੀਂ, ਹੁੰਦੇ ਉੱਥੇ ਹੀ ਆ, ਪਰ ਸੂਰਜ ਦਾ ਪ੍ਰਕਾਸ਼ ਇੰਨਾ ਤੇਜ਼ ਹੈ ਕਿ ਉਹ ਦਿਖਣੋਂ ਹਟ ਜਾਂਦੇ ਨੇ। ਕਬੀਰ ਸਾਹਿਬ ਕਹਿਣ ਲੱਗੇ ਇਸੇ ਤਰ੍ਹਾਂ ਜਿਵੇਂ ਉਹ ਤਾਰੇ ਅਲੋਪ ਹੋ ਜਾਂਦੇ ਆ, ਐਵੇਂ ਹੀ ਸਾਡਾ ਇਹ ਸਰੀਰ ਜਿਹੜਾ 5 ਤੱਤਾਂ ਦਾ ਸਾਨੂੰ ਮਿਲਿਆ ਹੈ, ਇਹ ਖਿਸੈ ਸਰੀਰ, ਇਹਨੇ ਵੀ ਖਿਸ ਜਾਣਾ ਹੈ। ਔਦ ਘਟੈ ਦਿਨ ਸੁਰੈ ਨਾਰੇ, ਮਨ ਗੁਰਮਿਲ ਕਾਜ ਸਵਾਰੇ। ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਤੇਰੀ ਓਖ ਕੋਈ ਪਾਨਿਓ ਨਾ ਪਾਵੈ। ਇਹ ਤੇ ਉਮਰ ਲਗਾਤਾਰ ਘਟਦੀ ਜਾ ਰਹੀ ਹੈ। ਮਹਾਰਾਜ ਕਹਿੰਦੇ ਕਾਲ ਤੋਂ ਪਹੁੰਚਿਓ ਆਨ, ਕਹਾਂ ਜੈ ਹੈ ਭਾਜ ਰੇ। ਭੱਜ ਕੇ ਕਿੱਥੇ ਜਾਵਾਂਗੇ, ਕਿਤੇ ਵੀ ਨਹੀਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਸਾਡੇ 'ਤੇ ਤਰਸ ਆਇਆ। ਉਹਨਾਂ ਨੇ 4 ਸ਼ਬਦ ਉਚਾਰਨ ਕੀਤੇ ਰਾਗ ਜੈਜਾਵੰਤੀ ਦੇ ਵਿੱਚ, ਅਤੇ ਬੜੇ ਸੁੰਦਰ ਬੋਲ, ਬੜੇ ਪਿਆਰ ਨਾਲ ਜਿਵੇਂ ਸਾਨੂੰ ਆਵਾਜ਼ ਮਾਰ ਕੇ ਕਹਿ ਰਹੇ ਨੇ ਮਹਾਰਾਜ ਜੀ। ਕਹਿੰਦੇ ਸੁਣੋ ਪੁੱਤਰੋ, ਕੀ ਕਹਿੰਦੇ ਨੇ? ਰਾਮ ਸਿਮਰ ਇਹ ਹੈ ਤੇਰਾ ਕਾਜ ਹੈ, ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸਰਨ ਲਾਗ, ਜਗਤ ਸੁਖ ਮਾਨ ਮਿਥਿਆ, ਝੂਠੋ ਸਭ ਸਾਜ ਹੈ। ਸਾਨੂੰ ਪਿਆਰ ਨਾਲ ਸਮਝਾਇਆ ਕਿ ਸਮਝੋ, ਪਰ ਪਤਾ ਨਹੀਂ ਕਿਸ ਅਵੇਸਲੇਪਨ ਦੇ ਵਿੱਚ ਰਹਿਣ ਗਵਾਈ, ਸੋਏ ਕੈ ਦਿਵਸ ਗਵਾਇਓ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਕੌਡੀਆਂ ਦੇ ਭਾਅ, ਕਿਉਂਕਿ ਵਾਹਿਗੁਰੂ ਦੇ ਨਾਮ ਨੂੰ ਪਛਾਣਿਆ ਹੀ ਨਹੀਂ। ਪੇਟ ਭਰਿਓ ਪਸ਼ੂਆ ਜਿਉ ਸੋਇਓ, ਜਾਂ ਖਾਣ ਦਾ ਕੰਮ ਹੈ ਅਤੇ ਜਾਂ ਫਿਰ
ਦੁਨੀਆ ਦੇ ਵਿਕਾਰਾਂ ਦੇ ਵਿੱਚ ਆਪਣੀ ਬਿਰਤੀ ਨੂੰ ਪ੍ਰਵਿਰਤ ਕਰਕੇ ਰੱਖਣਾ। ਵਾਹਿਗੁਰੂ ਦੇ ਨਾਮ ਤੋਂ ਇੰਨਾ ਕੁ ਦੂਰ ਹੋ ਗਿਆ। ਕਬੀਰ ਸਾਹਿਬ ਕਹਿੰਦੇ ਭਾਈ ਉਹ ਭਲਿਆ ਸਮਝ ਲੈ, ਜਿਵੇਂ ਪ੍ਰਭਾਤ ਹੁੰਦਿਆਂ ਤਾਰੇ ਖਿਸ ਜਾਂਦੇ ਨੇ, ਇਸੇ ਤਰ੍ਹਾਂ ਇਸ ਸਰੀਰ ਨੇ ਵੀ ਖਿਸ ਜਾਣਾ ਹੈ। ਇਹ ਦੋਏ ਅੱਖਰ ਨਾ ਖਿਸ ਹੈ, ਸੋ ਗਹਿ ਰਹਿਓ ਕਬੀਰ। ਕਬੀਰ ਸਾਹਿਬ ਗਹਿ ਰਹਿਓ ਕਬੀਰ, ਭਾਵ ਫੜ ਕੇ ਰੱਖਿਆ ਹੋਇਆ ਹੈ। ਇਹ ਭਗਤਾਂ ਦੀ ਪਹੁੰਚ ਹੈ। ਵਾਹਿਗੁਰੂ ਦੇ ਨਾਮ ਨੂੰ ਫੜਿਆ ਹੋਇਆ ਹੈ, ਭਾਵ ਕਹਿੰਦੇ ਸਾਡੇ ਅੰਦਰ ਵਾਹਿਗੁਰੂ ਦਾ ਨਾਮ ਵਸਿਆ ਹੋਇਆ ਹੈ। ਇਹ ਸਾਡੇ ਤੋਂ ਵਾਹਿਗੁਰੂ ਦਾ ਨਾਮ ਨਾ ਵਿਸਰੇ। ਇਹ ਸਰੀਰ ਜਾਂਦਾ ਤੇ ਜਾਵੇ, ਸਾਨੂੰ ਸਰੀਰ ਦੇ ਨਾਲ ਕੋਈ ਮੋਹ ਨਹੀਂ। ਇਹ ਦੋਏ ਅੱਖਰ, ਦੋ ਅੱਖਰ ਕਿਹੜੇ ਨੇ? ਇੱਕ ਹਰੀ ਤੇ ਇੱਕ ਰਾਮ। ਹਾਲਾਂਕਿ ਪਰਮਾਤਮਾ ਦੇ ਨਾਮ ਬੜੇ ਨੇ। ਸਤਨਾਮ ਕੀਰਤਮ ਨਾਮ ਕਥੈ ਤੇਰੀ ਜਿਹਬਾ, ਸਤਨਾਮ ਤੇਰਾ ਭਰਾਪੂਰ ਬਲਾ, ਸਾਰੇ ਉਹਦੇ ਨਾਮ ਨੇ। ਪਰ ਫਿਰ ਵੀ ਕੁਝ ਇੱਕ ਨਾਮ ਕਹਿਣ ਲੱਗੇ ਇਹ ਜੋ ਤੇਰੇ ਨਾਮ ਨੇ, ਇਹ ਨਾਮ ਮੇਰੇ ਤੋਂ ਨਾ ਵਿਸਰੇ ਹੈ ਵਾਹਿਗੁਰੂ, ਮੇਰੇ ਅੰਗ ਸੰਗ ਸਹਾਈ ਰਹਿਣਾ। ਕਈ ਵਾਰ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਹੁਕਮ ਕੀਤਾ 5 ਬਾਣੀਆਂ ਦੇ ਨਿਤਨੇਮ ਦਾ। ਰਹਿਰਾਸ ਸਾਹਿਬ, ਸੋਹਿਲਾ ਸਾਹਿਬ ਰਾਤ ਦੀ ਬਾਣੀ। ਅਤੇ ਕਈ ਵਾਰ ਜ਼ਿੰਦਗੀ ਵਿੱਚ ਐਸੇ ਉਤਰਾਅ ਚੜ੍ਹਾਅ ਆਉਂਦੇ ਨੇ। ਪਹਿਲਾਂ ਸਾਨੂੰ ਨਿਤਨੇਮ ਵਿਸਰਦਾ ਹੈ, ਕਈ ਵਾਰ ਹੁੰਦਾ ਹੈ, ਪਰ ਉਹ ਬਹੁਤਾ ਲੰਬਾ ਸਮਾਂ ਨਹੀਂ ਹੁੰਦਾ ਜੇ ਗੁਰਸਿੱਖ ਸਮਝ ਲਵੇ, ਕਿਉਂਕਿ ਇਹ ਮਨ ਦੀ ਖੇਡ ਹੈ। 2 ਤਰ੍ਹਾਂ ਦੇ ਮਨ ਨੇ। ਭਗਤ ਕਬੀਰ ਸਾਹਿਬ ਨੇ ਇਹ ਜ਼ਿਕਰ ਕੀਤਾ ਹੈ ਗੁਰਬਾਣੀ ਵਿੱਚ। ਮੰਮਾ ਮਨ ਸਿਉ ਕਾਜ ਹੈ, ਮਨ ਸਾਧੈ ਸਿੱਧ ਹੋਏ, ਮਨ ਹੀ ਮਨ ਸਿਉ ਕਹੈ ਕਬੀਰਾ, ਮਨ ਸਾ ਮਿਲਿਆ ਨਾ ਕੋਏ। ਇਹ ਸਾਨੂੰ ਇਹ ਵੀ ਸਮਝਾਇਆ ਉਹ ਅਵਸਥਾ ਆਉਂਦੀ ਹੈ ਕਿਤੇ ਕਈ ਵਾਰ ਕਈ ਦੁਰਜਨਾਂ ਦੀ ਸੰਗਤ ਕਰਕੇ, ਭੈੜੇ ਮਨਮੁਖਾਂ ਦੀ ਸੰਗਤ ਕਰਕੇ ਕਈ ਵਾਰ ਨਿਤਨੇਮ ਦੇ ਵਿੱਚ ਵਿਸਰ ਜਾਂਦਾ ਹੈ। ਪਰ ਜੇ ਗੁਰੂ ਅੱਗੇ ਅਰਦਾਸ ਕੀਤੀ ਜਾਵੇ, ਸੱਚੇ ਪਾਤਸ਼ਾਹ ਇਹ ਮਿਹਰਾਮਤ ਕਰਿਓ, ਮੇਰੇ ਤੋਂ ਅੰਮ੍ਰਿਤ ਵੇਲਾ ਨਾ ਖੁੰਝੇ, ਮੇਰੇ ਤੋਂ ਨਿਤਨੇਮ ਨਾ ਖੁੰਝੇ। ਗੁਰੂ ਬਖਸ਼ਿਸ਼ਾਂ ਕਰਦੇ, ਗੁਰੂ ਰਹਿਮਤਾਂ ਕਰਦੇ, ਆਪੇ ਬਿਦਾਂ ਬਣਾਉਂਦੇ ਨੇ, ਗੱਡੀ ਫੇਰ ਲਈ ਤੇ ਆ ਜਾਂਦੀ ਹੈ। ਜੇ ਅੱਜ ਵਿਸਰਿਆ, ਕੋਈ ਧਿਆਨ ਨਾ ਦਿੱਤਾ ਤੇ ਕੱਲ੍ਹ ਨੂੰ ਭੁੱਲੇਗਾ ਵੀ। ਭੁੱਲਣ ਤੋਂ ਭਾਵ ਅੱਜ ਸਵੇਰੇ ਜਪਜੀ ਸਾਹਿਬ ਦਾ ਪਾਠ ਹੋ ਗਿਆ, ਜਾਪ ਸਾਹਿਬ ਰਹਿ ਗਿਆ, ਕੋਈ ਨਾ ਦੁਪਹਿਰੇ ਕਰ ਲਾਂਗੇ, ਸ਼ਾਮ ਨੂੰ ਕਰ ਲਾਂਗੇ। ਸ਼ਾਮ ਨੂੰ ਕੰਮਾਂ ਧੰਦਿਆਂ ਵਿੱਚ ਵਿਅਸਤ ਹੋਇਆ, ਰਾਤ ਪੈ ਗਈ, ਸੌਂ ਗਿਆ। ਸਵੇਰੇ ਜਾ ਕੇ ਯਾਦ ਆਇਆ ਕਿ ਕੱਲ੍ਹ ਮੇਰਾ ਤੇ ਜਾਪ ਸਾਹਿਬ ਨਹੀਂ ਹੋਇਆ। ਹੌਲੀ ਹੌਲੀ ਜੇ ਉਦੋਂ ਫਿਕਰ ਹੋਵੇ ਕਿਤੇ ਗੁਨਾਹ ਹੋਇਆ, ਕਿਉਂਕਿ ਗੁਰੂ ਦਾ ਹੁਕਮ ਹੈ, ਗੁਰੂ ਦੇ ਹੁਕਮ ਤੋਂ ਉਲਟ ਚੱਲ ਰਹੇ ਹਾਂ, ਫਿਰ ਅਰਦਾਸ ਬੇਨਤੀ ਕਰੇ, ਗੁਰੂ ਫਿਰ ਵੀ ਸਮੱਤ ਬਖਸ਼ ਦਿੰਦਾ ਹੈ। ਜੇ ਫਿਰ ਢਿੱਲਾਪਣਾ ਰਹਿ ਗਿਆ, ਫਿਰ ਅੱਜ ਕੱਲਾ ਜਾਪ ਸਾਹਿਬ ਰਿਹਾ, ਕੱਲ੍ਹ ਨੂੰ ਤਵੈ ਪ੍ਰਸਾਦ ਸਵਈਏ ਵੀ ਰਹਿ ਜਾਣਗੇ, ਪਰਸੋਂ ਨੂੰ ਚੌਪਈ ਸਾਹਿਬ ਰਹਿ ਜਾਏਗਾ, ਫਿਰ ਆਨੰਦ ਸਾਹਿਬ ਦੀਆਂ ਵੀ 6 ਪੌੜੀਆਂ 'ਤੇ ਆ ਜਾਏਗਾ। ਮਾਫ਼ ਕਰਨਾ, ਜਦੋਂ ਕਿਤੇ ਨਿਤਨੇਮ ਦੇ ਵਿੱਚ ਥੋੜ੍ਹੀ ਬਹੁਤ ਵੀ ਢਿੱਲ ਆਵੇ, ਗੁਰੂ ਅੱਗੇ ਅਰਦਾਸ ਕਰੀਏ। ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ। ਉਦੋਂ ਗੁਰੂ ਅੱਗੇ ਅਰਦਾਸ ਕਰੀਏ, ਮਹਾਰਾਜ ਜੀ ਮੇਰੇ ਵਿੱਚ ਕੋਈ ਸਮਰੱਥਾ ਨਹੀਂ ਕਿ ਮੈਂ ਨਿਤਨੇਮ ਕਰ ਸਕਾਂ, ਤੁਸੀਂ ਸਮੱਤ ਬਖਸ਼ੋ, ਮੈਨੂੰ ਨਿਤਨੇਮ ਦੇ ਯੋਗ ਬਣਾ ਲਿਓ, ਆਪਣਾ ਨਿਤਨੇਮ ਆਪ ਕਰਾ ਲਿਓ। ਅਰਦਾਸ ਬੇਨਤੀ ਕਰਕੇ ਵੀ ਮਹਾਰਾਜ ਜੀ ਦਾ ਸ਼ੁਕਰਾਨਾ ਕਰੀਏ, ਮਹਾਰਾਜ ਜੀ ਤੁਸੀਂ ਕਿਰਪਾ ਕੀਤੀ, ਨਿਤਨੇਮ ਆਪ ਜੀ ਨੇ ਕਰਾਇਆ। ਭਗਤ ਕਬੀਰ ਸਾਹਿਬ ਕਹਿਣ ਲੱਗੇ, ਦੇਖੋ ਭਾਈ ਇਹ ਦੋਏ ਅੱਖਰ ਮਤ ਖਿਸ ਹੈ, ਇਹ ਦੋਏ ਅੱਖਰ ਨਾ ਖਿਸ ਹੈ। ਇਹ 2 ਅੱਖਰ ਵਾਹਿਗੁਰੂ ਦੇ ਜੋ ਰਾਮ ਨਾਮ ਹੈ, ਰਾਰੇ ਨੂੰ ਕੰਨਾ ਤੇ ਮੰਮਾ ਰਾਮ, ਇਹ ਵੀ 2 ਅੱਖਰਾਂ ਦੀ ਗਿਣਤੀ ਆਉਂਦੀ ਹੈ। ਇਹ ਵਾਹਿਗੁਰੂ ਦਾ ਨਾਮ ਮੇਰੇ ਤੋਂ ਨਾ ਖਿਸੇ, ਸੋ ਗਹਿ ਰਹਿਓ ਕਬੀਰ। ਜਿਸ ਵਾਹਿਗੁਰੂ ਦੇ ਨਾਮ ਨੂੰ ਅਸੀਂ ਫੜਿਆ ਹੋਇਆ ਹੈ। ਕਬੀਰ ਕੋਠੀ ਕਾਠ ਕੀ, ਦਹਿ ਦਿਸ ਲਾਗੀ ਆਗ। ਕਬੀਰ ਕੋਠੀ ਕਾਠ ਕੀ, ਲੱਕੜ ਦੇ ਘਰ। ਹੁਣ ਇੱਥੇ ਤੇ ਬਹੁਤਾਤ ਵਿੱਚ ਲੱਕੜ ਦੇ ਘਰ ਹੈ, ਅਤੇ ਇਸ ਸ਼ਲੋਕ ਨੂੰ ਸਮਝਣਾ ਹੋਰ ਸੌਖਾ ਹੋ ਜਾਂਦਾ ਹੈ। ਪੰਜਾਬ ਦੇ ਵਿੱਚ, ਹਿੰਦੁਸਤਾਨ ਦੇ ਵਿੱਚ ਜਿਹੜੇ ਘਰ ਬਣਦੇ ਨੇ ਉਹ ਪੱਕੀਆਂ ਇੱਟਾਂ ਦੇ ਬਣਦੇ, ਅਤੇ ਉਹਨਾਂ ਦੇ ਵਿੱਚ ਜਿਹੜੀ ਅੱਗ ਲੱਗਣੀ ਬੜੀ ਮੁਸ਼ਕਲ ਹੈ। ਸ਼ਾਰਟ ਸਰਕਟ ਹੁੰਦਾ ਹੈ ਅਤੇ ਨੁਕਸਾਨ ਹੋ ਜਾਂਦਾ ਹੈ। ਪਰ
ਉਹਨਾਂ ਦੇ ਮੁਕਾਬਲੇ ਜਿਹੜੇ ਇੱਥੇ ਲੱਕੜ ਦੇ ਘਰ ਹੈ, ਜੇ ਕਿਤੇ ਰੱਬ ਨਾ ਕਰੇ ਐਸਾ ਭਾਣਾ ਵਾਪਰ ਜਾਂਦਾ ਹੈ, ਕੁਝ ਹੀ ਮਿੰਟਾਂ ਦੇ ਵਿੱਚ ਉਹ ਸੜ ਕੇ ਸਾਰਾ ਕੁਝ ਸੁਆਹ ਹੋ ਜਾਂਦਾ ਹੈ। ਕਬੀਰ ਸਾਹਿਬ ਕਹਿੰਦੇ ਜਿਵੇਂ ਲੱਕੜ ਦੇ ਘਰ ਸੜ ਕੇ ਸੁਆਹ ਹੋ ਜਾਂਦੇ ਨੇ ਪ੍ਰਤੱਖ ਜੰਗਲ ਦੀ ਅੱਗ ਦੇ ਨਾਲ, ਇਸੇ ਤਰ੍ਹਾਂ ਇਹ ਜਿਹੜਾ ਸਰੀਰ ਹੈ ਇਹ ਲੱਕੜ ਦੇ ਵਾਂਗ ਹੈ, ਲੱਕੜ ਦੇ ਘਰ ਵਾਂਗ ਹੈ, ਇਹਨੂੰ ਵੀ ਅੱਗ ਲੱਗੀ ਹੋਈ ਹੈ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ। ਹੰਸ ਹਿੰਸਾ, ਹੇਤ ਮੋਹ, ਲੋਭ ਲਾਲਚ, ਕੋਪ ਕ੍ਰੋਧ, ਇਹ ਚਾਰ ਤਰ੍ਹਾਂ ਦੀਆਂ ਜਿਹੜੀਆਂ ਅੱਗਾਂ ਨੇ ਸਾਡੇ ਅੰਦਰ ਹੈ। ਮਹਾਰਾਜ ਜੀ ਕਹਿਣ ਲੱਗੇ ਇਹ ਲੱਕੜ ਦਾ ਘਰ ਸਰੀਰ, ਇਹਨੂੰ ਇਹ ਅੱਗਾਂ ਲੱਗੀਆਂ ਹੋਈਆਂ ਨੇ। ਪਵਹਿ ਦੱਜਹਿ ਨਾਨਕਾ, ਜਿਹੜਾ ਇਹਦੇ ਵਿੱਚ ਪੈ ਗਿਆ ਉਹ ਸੜ ਕੇ ਸੁਆਹ ਹੋ ਗਿਆ, ਅਤੇ ਜਿਨ੍ਹਾਂ 'ਤੇ ਗੁਰੂ ਨੇ ਮਿਹਰਾਮਤ ਕੀਤੀ ਹੈ ਉਹ ਬਚ ਨਿਕਲਿਆ ਹੈ। ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ, ਦਸਾਂ ਦਿਸ਼ਾਵਾਂ ਤੋਂ ਭਾਵ ਕਿਸੇ ਵੀ ਪਾਸਿਓਂ ਕੋਈ ਬਚਾ ਨਹੀਂ। ਸਰਵਰ ਪੰਖੀ ਹੇਕੜੋ ਫਾਹੀਵਾਲ 50, ਫੜਨ ਵਾਲੇ 50 ਨੇ, ਇਹਨੂੰ ਮਾਰਨ ਵਾਲੇ 50 ਨੇ, ਕਿੱਦਾਂ ਬਚਾਅ ਹੋ ਸਕੇ ਇਹਦਾ। ਅਤੇ ਕਬੀਰ ਸਾਹਿਬ ਇਹੋ ਹੀ ਸਿੱਖਿਆ ਦੇ ਰਹੇ ਹਨ, ਪੰਡਤ ਪੰਡਤ ਜਲ ਮੂਏ, ਮੂਰਖ ਉਬਰੇ ਭਾਗ। ਇੱਥੇ ਪੰਡਤ ਦਾ ਅਰਥ ਲਿਆ ਗਿਆ ਜਿਹੜੇ ਗਿਆਨਵਾਨ ਨੇ। ਗਿਆਨਵਾਨ ਅਤੇ ਵਿਵੇਕ ਬੁੱਧ ਵਿੱਚ ਫਰਕ ਹੈ। ਜਿਹੜੇ ਗਿਆਨਵਾਨ ਨੇ, ਜਿਨ੍ਹਾਂ ਨੂੰ ਸੋਝੀ ਹੈ, ਕਹਿਣ ਲੱਗੇ ਉਥਾਨਕਾ ਦੇ ਵਿੱਚ ਲਿਖਿਆ ਮਿਲਦਾ ਹੈ ਕਿ ਪੰਡਤਾਂ ਨੇ ਇੱਕ ਵਿਦਾਂਤ ਗੋਸ਼ਟੀ ਰਚਨ ਦੀ ਵਿਉਂਤ ਬਣਾਈ, ਲੱਕੜ ਦੇ ਘਰ ਬਣਾਏ ਗਏ, ਸਾਰੇ ਪੰਡਤਾਂ ਨੇ ਉੱਥੇ ਆਪਣੇ ਆਸਣ ਲਾਏ, ਕਈ ਹੋਰ ਅਗਿਆਨੀ ਪੁਰਸ਼ ਵੀ ਉੱਥੇ ਆਏ। ਜਦੋਂ ਉਹ ਲੱਕੜ ਦਿਆਂ ਘਰਾਂ ਨੂੰ, ਝੌਂਪੜੀਆਂ ਨੂੰ ਅੱਗ ਲੱਗੀ, ਜਿਹੜੇ ਤੇ ਅਗਿਆਨੀ ਸੀ ਉਹਨਾਂ ਨੂੰ ਬਸ ਇੰਨਾ ਪਤਾ ਲੱਗਿਆ ਕਿ ਅੱਗ ਲੱਗੀ ਤੇ ਜਾਨ ਬਚਾਉਣੀ ਹੈ, ਉਹ ਛਾਲਾਂ ਮਾਰਦੇ ਹੋਏ ਭੱਜ ਨਿਕਲੇ, ਉਹ ਬਚ ਗਏ। ਅਤੇ ਜਿਹੜੇ ਗਿਆਨਵਾਨ ਸੀ, ਭਾਵ ਕਿ ਜਿਹੜੇ ਉਕਤੀਆਂ ਜੁਗਤੀਆਂ ਦੀਆਂ ਗੱਲਾਂ ਕਰਦੇ ਸਨ, ਉਹ ਵਿਚਾਰਾਂ ਕਰਦੇ ਨੇ ਕਿ ਅੱਗ ਲੱਗੀ ਕਿਉਂ, ਅੱਗ ਲੱਗਣ ਦੇ ਕਾਰਨ ਕੀ ਹੋ ਸਕਦੇ ਨੇ। ਆਪੋ ਆਪਣੀ ਵਿਦਿਆ ਦੇ ਅਨੁਸਾਰ ਕਬੀਰ ਸਾਹਿਬ ਕਹਿਣ ਲੱਗੇ ਉਹ ਵਿਦਿਆ ਦੇ ਹੰਕਾਰ ਦੇ ਵਿੱਚ ਹੀ ਸੜ ਬਲ ਗਏ, ਉਹ ਉੱਥੋਂ ਨਿਕਲ ਨਾ ਸਕੇ। ਅਸਲ ਅਰਥ ਜਿਹੜਾ ਕਬੀਰ ਸਾਹਿਬ ਸਾਨੂੰ ਸਮਝਾਉਂਦੇ ਨੇ ਕਿ ਜਿਹੜੇ ਵਿਦਿਆ ਦੇ ਅਭਿਮਾਨੀ ਪੰਡਤ ਲੋਕ ਨੇ, ਜਿਨ੍ਹਾਂ ਨੇ ਗੁਰੂ ਦੇ ਉਪਦੇਸ਼ ਨੂੰ ਕਮਾਇਆ ਨਹੀਂ, ਅੱਗ ਲੱਗੀ ਹੋਈ ਹੈ ਇਸ ਸਰੀਰ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਸ਼ੇ ਵਿਕਾਰਾਂ ਦੀ ਆਸਾ ਮਨਸਾ ਤ੍ਰਿਸ਼ਨਾ ਸਾਰੀਆਂ ਡੈਣਾ ਚਿੰਬੜੀਆਂ ਹੋਈਆਂ ਨੇ। ਜਿਹੜੇ ਅਗਿਆਨ ਨੇ, ਜਿਨ੍ਹਾਂ ਨੂੰ ਭਾਵ ਵੇਦਾਂ ਸ਼ਾਸਤਰਾਂ ਦੀ ਕੋਈ ਸੋਝੀ ਨਹੀਂ, ਪਰ ਇੰਨਾ ਪਤਾ ਹੈ ਕਿ ਇਹਨਾਂ ਤੋਂ ਬਚਣਾ ਹੈ, ਉਹ ਬਚ ਨਿਕਲੇ ਨੇ, ਭੱਜ ਨਿਕਲੇ ਨੇ। ਪਰ ਜਿਹੜੇ ਆਪਣੇ ਆਪ ਨੂੰ ਗਿਆਨਵਾਨ ਕਹਾਉਂਦੇ ਸਨ, ਉਹ ਕੇਵਲ ਉਗਤੀਆਂ ਜੁਗਤੀਆਂ ਦੀਆਂ ਗੱਲਾਂ ਹੀ ਕਰਦੇ ਰਹੇ। ਆਪ ਡੁੱਬੇ ਚਾਹੋ ਬੇਦ ਮੇ ਚੇਲੇ ਦੀਏ ਬਹਾਏ, ਉਹ ਆਪ ਇਸ ਅੱਗ ਦੇ ਵਿੱਚ ਸੜ ਗਏ। ਕਬੀਰ ਸੰਸਾ ਦੂਰ ਕਰ ਕਾਗਦ ਦੇਹ ਬਿਹਾਏ। ਭਗਤ ਕਬੀਰ ਸਾਹਿਬ ਕਹਿਣ ਲੱਗੇ, ਹੈ ਭਾਈ ਆਪਣੇ ਅੰਦਰੋਂ ਜਿਹੜਾ ਸ਼ੰਕਾ ਹੈ ਇਹਨੂੰ ਦੂਰ ਕਰ ਦਿਓ। ਕਾਗਦ ਦਾ ਅਰਥ ਲਿਆ ਗਿਆ ਭਰਮ, ਕਾਗਦ ਦੇਹ ਬਿਹਾਏ, ਭਰਮ ਰੂਪੀ ਜਿਹੜੇ ਕਾਗਜ਼ ਨੇ ਉਹਨਾਂ ਨੂੰ ਪਾਣੀ ਦੇ ਵਿੱਚ ਰੋੜ ਦੇ। 52 ਅੱਖਰ ਸੋਧ ਕੈ ਹਰ ਚਰਨੀ ਚਿਤ ਲਾਏ। 52 ਅੱਖਰ, ਜਿਸ ਤਰ੍ਹਾਂ ਗੁਰਮੁਖੀ ਦੇ ਵਿੱਚ 35 ਅੱਖਰਾਂ ਦਾ ਜ਼ਿਕਰ ਆਉਂਦਾ ਹੈ, ਹੁਣ ਅਸੀਂ ਵਧਾ ਕੇ 41 ਕਰ ਲਏ। ਮੈਂ ਕਈ ਵਾਰ ਜ਼ਿਕਰ ਕਰਦਾ ਹੁੰਦਾ ਕਿ ਪਤਾ ਨਹੀਂ ਅਸੀਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨਾਲੋਂ ਵੀ ਸਿਆਣੇ ਬਣ ਗਏ, ਕਿਉਂਕਿ ਮਹਾਰਾਜ ਜੀ ਨੇ 35 ਅੱਖਰ ਸਾਨੂੰ ਬਖਸ਼ੇ ਨੇ, ਊੜੇ ਤੋਂ ਲੈ ਕੇ ਐੜੇ ਰਾੜੇ ਤੱਕ। ਊੜਾ ਐੜਾ ਈੜੀ ਸੱਸਾ ਹਾਹਾ ਕੱਕਾ ਖੱਖਾ ਗੱਗਾ ਕੱਗਾ ਗੰਗਾ ਚੱਚਾ ਛੱਛਾ ਜੱਜਾ ਚੱਜਾ ਨੰਨਿਆ ਟੈਂਕਾ ਠੱਠਾ ਡੱਡਾ ਟੱਡਾ ਨਾਣਾ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਫੱਫਾ ਬੱਬਾ ਭੱਬਾ ਮੰਮਾ ਯਈਆ ਰਾਰਾ ਲੱਲਾ ਵਾਵਾ ਡਾੜਾ। ਇਹ 35 ਅੱਖਰ ਹੈ।
ਜਦੋਂ 35 ਦੀ ਗੱਲ ਕਰਦੇ ਇੱਥੋਂ ਤੱਕ 35 ਹੁੰਦੇ ਨੇ, 6 ਅੱਖਰ ਅਸੀਂ ਬਾਅਦ ਵਿੱਚ ਐਡ ਕਰ ਦਿੱਤੇ ਪੈਰ ਬਿੰਦੀਆਂ ਲਾ ਕੇ। ਹਾਲਾਂਕਿ ਉਹਦਾ ਰੀਜਨ ਇਹ ਦਿੱਤਾ ਜਾਂਦਾ ਹੈ ਕਿ ਦਸਮ ਪਾਤਸ਼ਾਹ ਦੀ ਬਾਣੀ ਪੜ੍ਹਨ ਵਾਸਤੇ ਸਾਨੂੰ ਉਹਨਾਂ ਅੱਖਰਾਂ ਦਾ ਗਿਆਨ ਹੋਣਾ ਜ਼ਰੂਰੀ ਹੈ, ਕਿਉਂਕਿ ਫਾਰਸੀ ਦੇ ਵਿੱਚ ਅੱਖਰ ਨੂੰ ਲਮਕਾ ਕੇ ਪੜ੍ਹਿਆ ਜਾਂਦਾ ਹੈ। ਸੱਸੇ ਦੇ ਪੈਰ ਵਿੱਚ ਜਦੋਂ ਬਿੰਦੀ ਲਾਈ ਜਾਂਦੀ ਹੈ ਚਰਨਾਂ ਦੇ ਵਿੱਚ, ਤੇ ਉਹ ਸ਼ਸ਼ਾ ਪੜ੍ਹਿਆ ਜਾਂਦਾ ਹੈ। ਇੱਕ ਲੱਲਾ ਸ਼ੁੱਧ ਪੜ੍ਹਿਆ ਜਾਂਦਾ, ਜੋ ਲੱਲੇ ਦੇ ਚਰਨਾਂ ਵਿੱਚ ਬਿੰਦੀ ਲੱਗ ਜਾਂਦੀ ਤੇ ਲਲਾ ਇਸ ਤਰ੍ਹਾਂ ਉਚਾਰਨ, ਖਖਾ ਖਖਾ, ਗੱਗਾ ਗਗਾ, ਜੱਜਾ ਜਜਾ, ਇਸ ਤਰ੍ਹਾਂ ਉਚਾਰਨ ਕੀਤੇ ਜਾਂਦੇ ਨੇ। ਪਰ ਹੁਣ ਪਿੱਛੇ ਜੇ ਮੈਂ ਇੱਕ ਹੋਰ ਬਾਲ ਉਪਦੇਸ਼ ਵੇਖਿਆ, ਉਹਦੇ ਵਿੱਚ ਬਹੁਤਾਤ ਅੱਖਰਾਂ ਦੇ ਚਰਨਾਂ ਵਿੱਚ ਬਿੰਦੀਆਂ ਲਾ ਕੇ ਹੋਰ ਵਾਧਾ ਕੀਤਾ ਗਿਆ। ਤੇ ਇਹਦਾ ਨੁਕਸਾਨ ਪਤਾ ਕੀ ਹੋਣਾ? ਆਉਣ ਵਾਲੇ 10, 15, 20, 25 ਸਾਲਾਂ ਨੂੰ ਸਾਡਿਆਂ ਬੱਚਿਆਂ ਨੇ ਸਾਨੂੰ ਪੁੱਛਣਾ ਕਿ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ 35 ਅੱਖਰ ਬਣਾਏ ਸੀ, ਤੁਸੀਂ ਤੇ ਵਧਾ ਕੇ 70, 80 ਕਰ ਦਿੱਤੇ। ਇਹ ਸੋਚਣ ਵਾਲੀ ਗੱਲ ਹੈ। ਗੁਰੂ ਸਾਨੂੰ ਸਮੱਤ ਬਖਸ਼ੇ। ਕਬੀਰ ਸਾਹਿਬ ਕਹਿਣ ਲੱਗੇ, ਇਹ ਜਿਹੜੇ 52 ਅੱਖਰ ਨੇ ਜਿਨ੍ਹਾਂ ਦੇ ਰਾਹੀਂ ਪਰਮਾਤਮਾ ਦਾ ਉਪਦੇਸ਼ ਲਿਖਿਆ ਗਿਆ, ਗਿਆਨ ਲਿਖਿਆ ਗਿਆ, ਵੇਦ ਸ਼ਾਸਤਰ ਲਿਖੇ ਗਏ, ਉੱਥੇ ਇਹਨਾਂ ਅੱਖਰਾਂ ਦੇ ਨਾਲ ਮਨ ਘੜਤ ਝੂਠੀਆਂ ਕਹਾਣੀਆਂ ਵੀ ਲਿਖੀਆਂ ਗਈਆਂ। ਇਹਨਾਂ ਅੱਖਰਾਂ ਨੂੰ ਸੋਧ ਕੇ ਸਮਝ ਕੇ ਜਿੱਥੇ ਪਰਮਾਤਮਾ ਦਾ ਨਾਮ ਹੈ, ਬਹੁਤ ਸ਼ਾਸਤਰ ਬਹੁਤ ਸਿਮਰਤੀ, ਪੇਖੇ ਸਰਬ ਢਡੋਲ, ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਜਿਹੜਾ ਇਹਨਾਂ ਅੱਖਰਾਂ ਦੇ ਵਿੱਚ ਪਰਮਾਤਮਾ ਦਾ ਨਾਮ ਹੈ, ਉਸ ਪਰਮਾਤਮਾ ਦੇ ਨਾਮ ਨੂੰ ਸਮਝਣਾ ਹੈ, ਉਸ ਵਾਹਿਗੁਰੂ ਦੇ ਨਾਮ ਨੂੰ ਜਪਣਾ ਹੈ। ਕਬੀਰ ਸਾਹਿਬ ਇਹੋ ਸਮਝਾਉਂਦੇ ਨੇ, 52 ਅੱਖਰ ਸੋਧ ਕੇ ਹਰ ਚਰਨੀ ਚਿਤ ਲਾਏ, ਕਿ ਇਹ ਜਿਹੜੇ 52 ਅੱਖਰ ਹੈ ਇਹਨਾਂ ਨੂੰ ਸੋਧ ਕੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਹੈ। ਕਬੀਰ ਸੰਤ ਨ ਛਾਡੈ ਸੰਤਈ, ਜੋ ਕੋਟਿਕ ਮਿਲ ਹੈ ਅਸੰਤ। ਹੁਣ ਕੋਈ ਨਿਸ਼ਰਦਕ ਬੰਦਾ ਕਿਸੇ ਸਾਧੂ ਮਹਾਤਮਾ ਨੂੰ ਮਿਲੇ ਤੇ ਉਹ ਰੱਬ ਦੀਆਂ ਭੈ ਭਾਵਨੀ ਤੋਂ ਉਲਟ ਗੱਲਾਂ ਕਰੇ, ਤੇ ਜੇ ਅੱਗੋਂ ਸੰਤ ਉਹਦੀਆਂ ਗੱਲਾਂ 'ਚ ਆ ਕੇ ਵਾਹਿਗੁਰੂ ਦੀ ਬੰਦਗੀ ਨੂੰ ਛੱਡ ਦੇਵੇ, ਤੇ ਕਬੀਰ ਸਾਹਿਬ ਕਹਿੰਦੇ ਉਹ ਸੰਤ ਨਹੀਂ ਹੋਇਆ ਫਿਰ, ਕਿਉਂਕਿ ਉਹ ਤਾਂ ਦੁਨੀਆ ਦੇ ਮਗਰ ਲੱਗ ਤੁਰਿਆ ਨਾ। ਕਹਿਣ ਲੱਗੇ, ਸੰਤ ਉਹ ਹੈ ਭਾਵੇਂ ਜਿੰਨੇ ਮਰਜ਼ੀ ਉਹਨੂੰ ਸਾਖਤ ਪੁਰਸ਼ ਮਿਲ ਜਾਣ, ਪਰ ਉਹ ਪਰਮਾਤਮਾ ਦੀ ਬੰਦਗੀ ਨਹੀਂ ਛੱਡਦਾ। ਸੰਤ ਨਾ ਛਾਡੈ ਸੰਤਈ, ਵਾਹਿਗੁਰੂ ਦੀ ਬੰਦਗੀ ਕਰਨੀ, ਸੇਵਾ ਸਿਮਰਨ, ਆਪਣੇ ਸ਼ੁਭ ਗੁਣ ਜਿਹੜੇ ਨੇ ਉਹਨਾਂ ਨੂੰ ਨਹੀਂ ਤਿਆਗਦਾ, ਭਾਵੇਂ ਕਰੋੜਾਂ ਹੀ ਅਸੰਤ ਲੋਕ ਸਾਕਤ ਲੋਕ ਮਿਲ ਜਾਣ। ਮਿਲੇ ਆਗਰ ਭੁਜੰਗਮ ਬੇਟਿਓ, ਤਾਂ ਸੀਤਲਤਾ ਨ ਤੁਜੰਤ। ਕਹਿਣ ਲੱਗੇ, ਜਿਵੇਂ 52 ਚੰਦਨ ਨੂੰ ਜ਼ਹਿਰੀਲੇ ਸੱਪ ਚਿੰਬੜੇ ਹੁੰਦੇ ਨੇ, ਕਿਉਂਕਿ ਸੱਪ ਦੇ ਅੰਦਰ ਜ਼ਹਿਰ ਹੈ, ਤੇ ਉਹ ਆਪਣੀ ਤਪਸ਼ ਨੂੰ ਦੂਰ ਕਰਨ ਵਾਸਤੇ ਚੰਦਨ ਦੇ ਉੱਪਰ ਜਾ ਕਰਕੇ ਲਪੇਟੇ ਮਾਰ ਲੈਂਦੇ ਨੇ। ਕਬੀਰ ਸਾਹਿਬ ਕਹਿੰਦੇ, ਜਿਵੇਂ ਜ਼ਹਿਰੀਲੇ ਸੱਪਾਂ ਨੇ ਚੰਦਨ ਦੇ ਉੱਪਰ ਆਪਣੇ ਆਪ ਨੂੰ ਲਪੇਟਿਆ ਹੋਇਆ ਹੈ, ਪਰ ਚੰਦਨ ਉਹਨਾਂ ਨੂੰ ਠੰਡਕ ਤੇ ਦੇ ਰਿਹਾ, ਪਰ ਠੰਡਕ ਦੇਣ ਦੇ ਨਾਲ ਨਾਲ ਉਹ ਆਪਣਾ ਜਿਹੜਾ ਸ਼ੁਭ ਗੁਣ ਹੈ ਉਹਨੂੰ ਖਤਮ ਨਹੀਂ ਕਰ ਰਿਹਾ। ਇਸੇ ਤਰ੍ਹਾਂ ਸੰਤਾਂ ਦਾ ਸੁਭਾਅ ਹੈ, ਉਹਨਾਂ ਦੇ ਕੋਲੇ ਜੇ ਕੋਈ ਸਾਕਤ ਪੁਰਸ਼ ਵੀ ਆ ਜਾਵੇ, ਉਹਨਾਂ ਨੂੰ ਵੀ ਉਹ ਠੰਡਕ ਦਿੰਦੇ ਨੇ, ਨਾਮ ਦਾ ਉਪਦੇਸ਼ ਦਿੰਦੇ ਨੇ। ਆਪ ਜਪੈ ਅਵਰ ਹੈ ਭਗਤ ਕਰਾਵਣਿਆ, ਹੋਰਾਂ ਤੋਂ ਵੀ ਵਾਹਿਗੁਰੂ ਦੀ ਭਗਤੀ ਕਰਾਉਂਦੇ ਨੇ। ਅਵਰ ਹੈ ਨਾਮ ਜਪਾਵੈ, ਹੋਰਾਂ ਤੋਂ ਨਾਮ ਜਪਾਉਂਦੇ ਨੇ। ਇਸ ਕਰਕੇ ਉਹਨਾਂ ਦਾ ਸ਼ੁਭ ਗੁਣ, ਚੰਗਾ ਗੁਣ ਹੈ ਕਿ ਉਹ ਵਾਹਿਗੁਰੂ ਦੇ ਨਾਮ ਦੇ ਨਾਲ ਆਪ ਜੁੜੇ ਰਹਿੰਦੇ ਨੇ, ਟੁੱਟਦੇ ਨਹੀਂ। ਜਿਸ ਤਰ੍ਹਾਂ ਸੱਪ ਚੰਦਨ ਨੂੰ ਲਪੇਟਾ ਤੇ ਮਾਰ ਕੇ ਰੱਖਦੇ ਨੇ, ਪਰ ਚੰਦਨ ਆਪਣਾ ਗੁਣ ਨਹੀਂ ਛੱਡਦਾ, ਇਸੇ ਤਰ੍ਹਾਂ ਸੰਤ ਵੀ ਆਪਣਾ ਜਿਹੜਾ ਸ਼ੁਭ ਗੁਣ ਹੈ ਉਹ ਨਹੀਂ ਤਿਆਗਦੇ। ਕਬੀਰ ਮਨ ਸੀਤਲ ਭਇਆ, ਪਾਇਆ ਬ੍ਰਹਮ ਗਿਆਨ। ਕਬੀਰ ਸਾਹਿਬ ਕਹਿਣ ਲੱਗੇ, ਮਨ ਜਿਹੜਾ ਹੈ ਜਦੋਂ ਜਗਿਆਸੂ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ, ਮਨ ਸ਼ੀਤਲ ਹੋ ਜਾਂਦਾ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਨ ਜੁਆਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਜਿਸ ਅੱਗ ਨੇ ਸਾਰੇ ਸੰਸਾਰ ਨੂੰ ਸਾੜ ਦਿੱਤਾ, ਕਿਹੜੀ ਅੱਗ ਹੈ? ਮਾਇਆ ਦਾ ਜ਼ਿਕਰ ਕੀਤਾ ਹੈ, ਕਿਉਂਕਿ ਮਾਇਆ ਐਸੀ ਮੋਹਣੀ ਭਾਈ, ਜੇਤੇ ਜੀ ਤੇਤੇ ਡਹਿਕਾਈ। ਸਾਰਿਆਂ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਹੋਇਆ ਹੈ, ਆਪਣੀ ਅੱਗ ਦੇ ਵਿੱਚ ਸਾੜਿਆ ਹੋਇਆ ਹੈ। ਕਹਿਣ ਲੱਗੇ, ਸੋ ਜਨ ਕੈ ਉਦਕ ਸਮਾਨ। ਸੇਵਕਾਂ ਲਈ ਤੇ ਕਹਿਣ ਲੱਗੇ, ਉਹ ਜਿਹੜੀ ਅੱਗ ਹੈ ਪਾਣੀ ਦੇ ਸਮਾਨ ਹੈ, ਭਾਵ ਉਹ ਅੱਗ ਸਾੜ ਨਹੀਂ ਸਕਦੀ। ਜਲੇ ਨਾ ਡੁੱਬੈ
ਗੁਰ ਪ੍ਰਸਾਦ ਨਾ ਤੇ ਅੱਗ ਸਾੜ ਸਕਦੀ ਹੈ ਤੇ ਨਾ ਪਾਣੀ ਡੋਬ ਸਕਦਾ ਹੈ, ਕਿਉਂਕਿ ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ। ਉਹ ਵਾਹਿਗੁਰੂ ਦੇ ਹੁਕਮ ਵਿੱਚ ਚੱਲਦੇ ਹਨ। ਕਬੀਰ ਸਾਰੀ ਸਿਰਜਣਹਾਰ ਕੀ, ਜਾਣੈ ਨਾਹੀ ਕੋਇ। ਸਾਰੀ ਵਾਹਿਗੁਰੂ ਦੀ ਸ੍ਰਿਸ਼ਟੀ, ਜੋ ਵਾਹਿਗੁਰੂ ਨੇ ਸ੍ਰਿਸ਼ਟੀ ਸਾਜੀ ਹੈ, ਵੱਖ-ਵੱਖ ਮਤਾਂ ਨੇ ਇਹਦੇ 'ਤੇ ਆਪੋ ਆਪਣੀ ਓਪੀਨੀਅਨ ਦਿੱਤੀ ਹੈ ਕਿ ਸ੍ਰਿਸ਼ਟੀ ਨੂੰ ਇਉਂ ਸਾਜਿਆ ਗਿਆ। ਜਿਹੜੀ ਧਰਤੀ ਹੈ ਉਹ ਇਸ ਤਰ੍ਹਾਂ ਦੀ ਹੈ। ਕਈਆਂ ਨੂੰ ਇੱਥੇ ਮੌਤ ਦੇ ਘਾਟ ਵੀ ਉਤਾਰਿਆ ਗਿਆ ਕਿ ਨਹੀਂ ਤੂੰ ਇਉਂ ਕਹਿਣਾ ਹੈ, ਸਾਡੇ ਗ੍ਰੰਥਾਂ ਦੇ ਵਿੱਚ ਤੇ ਇਉਂ ਕਿਹਾ ਗਿਆ। ਅਗਲੇ ਵਿਗਿਆਨਿਕ ਕਈ ਸਿਆਣੇ ਆਏ, ਉਹਨਾਂ ਦੇ ਵੀ ਕੰਨ 'ਤੇ ਰੱਖੀ, ਕਹਿਣ ਲੱਗੇ ਦੱਸ ਕਿੱਦਾਂ ਹੈ? ਉਹ ਕਹਿਣ ਲੱਗੇ ਹੈ ਤੇ ਇਸੇ ਤਰ੍ਹਾਂ, ਪਰ ਜਿਵੇਂ ਤੁਸੀਂ ਕਹਿੰਦੇ ਹੋ ਹੈ ਉੱਦਾਂ ਵੀ ਠੀਕ ਹੈ। ਕਹਿਣ ਤੋਂ ਭਾਵ ਇਹ ਕਿ ਵਾਹਿਗੁਰੂ ਦੀ ਸ੍ਰਿਸ਼ਟੀ ਹੈ, ਧਰਤੀ ਹੋਰ ਪਰੈ ਹੋਰ ਤਿਸਤੇ ਭਾਰ ਤਲੈ ਕਵਣ ਜੋਰ। ਕੌਣ ਸਮਝ ਸਕਦਾ ਹੈ ਕਿੰਨੀਆਂ ਧਰਤੀਆਂ, ਕਿੰਨੇ ਸੂਰਜ, ਕਿੰਨੇ ਚੰਦ, ਕੋਈ ਪਤਾ ਨਹੀਂ। ਇਹ ਵਾਹਿਗੁਰੂ ਦੀ ਸ੍ਰਿਸ਼ਟੀ ਹੈ। ਕਹਿਣ ਲੱਗੇ ਸਾਰੀ ਸਿਰਜਣਹਾਰ ਕੀ, ਇਹ ਜਿਹੜੀ ਸ੍ਰਿਸ਼ਟੀ ਸਾਜੀ ਹੈ ਉਸ ਸਿਰਜਣਹਾਰ ਵਾਹਿਗੁਰੂ ਨੇ ਸਾਜੀ ਹੈ। ਜਾਣੈ ਨਾਹੀ ਕੋਇ, ਇਹਦੇ ਬਾਰੇ ਕੋਈ ਨਹੀਂ ਜਾਣ ਸਕਦਾ। ਕਹਿ ਜਾਣੈ ਆਪਨ ਧਨੀ ਕੈ, ਦਾਸ ਦੀਵਾਨੀ ਹੋਏ। ਕਹਿ ਜਾਣੈ ਆਪਨ ਧਨੀ, ਧਨੀ ਭਾਵ ਧਨੀ ਰੂਪ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ, ਜਾਂ ਤੇ ਉਹ ਆਪ ਜਾਣਦਾ ਹੈ, ਕਹਿ ਦਾਸ ਦੀਵਾਨੀ ਹੋਏ। ਤੇ ਜਾਂ ਫਿਰ ਜਿਹੜਾ ਦੀਵਾਨਾ ਦਾਸ ਹੈ, ਦੀਵਾਨੇ ਦਾ ਅਰਥ ਲਿਆ ਗਿਆ ਮਸਤ, ਵਾਹਿਗੁਰੂ ਦੇ ਨਾਮ ਦੇ ਵਿੱਚ ਮਸਤ ਹੋਇਆ ਕੋਈ ਸਾਧੂ ਮਹਾਤਮਾ, ਉਹ ਇਸ ਸਾਰੀ ਖੇਡ ਨੂੰ ਜਾਣਦਾ ਹੈ। ਕਬੀਰ ਭਲੀ ਭਈ ਜੋ ਭਉ ਪਿਰਿਆ, ਦਿਸਾ ਗਈ ਸਭ ਭੂਲ। ਭਲੀ ਭਈ ਕਹਿੰਦੇ ਚੰਗਾ ਹੋਇਆ ਜੋ ਭਉ ਪਿਆ, ਸਾਡੇ ਅੰਦਰ ਵਾਹਿਗੁਰੂ ਦਾ ਡਰ ਪੈਦਾ ਹੋਵੇ, ਸਾਡੇ ਅੰਦਰ ਭਉ ਪੈਦਾ ਹੋਵੇ, ਨਿਰਮਲ ਭਉ। ਇੱਕ ਡਰ ਹੈ ਕਾਨੂੰਨ ਦੀਆਂ ਕਰੜਾਈਆਂ ਦਾ, ਅਤੇ ਉੱਥੇ ਅਸੀਂ ਸਿਰਫ ਇਕੱਲੀ ਆਪਣੀ ਡਿਊਟੀ ਸਮਝਦੇ ਹਾਂ। ਫਰਜ਼ ਕਰੋ ਆਪਾਂ ਜੌਬ ਕਰਦੇ ਹਾਂ ਅਤੇ ਆਪਾਂ ਸਮੇਂ 'ਤੇ ਪਹੁੰਚਣਾ, ਉਹ ਇੱਕ ਵੱਖਰੇ ਤਰ੍ਹਾਂ ਦਾ ਭਉ ਹੈ। ਜਦੋਂ ਅਸੀਂ ਗੁਰੂ ਦਰਬਾਰ ਵਿੱਚ ਆਉਂਦੇ ਹਾਂ, ਸਤਿਗੁਰਾਂ ਦੇ ਸਨਮੁਖ ਆਉਂਦੇ ਹਾਂ, ਅਤੇ ਇੱਥੇ ਆ ਕੇ ਸਾਡੇ ਅੰਦਰ ਇੱਕ ਨਿਰਮਲ ਭਉ ਹੁੰਦਾ ਹੈ। ਉਹ ਡੰਡਾ ਨਹੀਂ, ਇੱਕ ਨਿਰਮਲ ਭਉ ਹੈ, ਸਤਿਕਾਰ ਹੈ। ਕਬੀਰ ਸਾਹਿਬ ਕਹਿੰਦੇ ਜਿਹੜਾ ਇਹ ਭਉ ਹੈ ਨਾ, ਜਦੋਂ ਸਾਡੇ ਅੰਦਰ ਪੈਦਾ ਹੋ ਜਾਂਦਾ ਹੈ ਅਤੇ ਉਦੋਂ ਫਿਰ ਦੁਨੀਆ ਦੇ ਜਿਹੜੇ ਡਰ ਨੇ ਉਹ ਖਤਮ ਹੋ ਜਾਂਦੇ ਨੇ। ਦਿਸ਼ਾ ਗਈ ਸਭ ਭੂਲ, ਦੁਨੀਆ ਦੀਆਂ ਦਿਸ਼ਾਵਾਂ ਸਾਨੂੰ ਭੁੱਲ ਗਈਆਂ। ਓਰਾ ਗਰ ਪਾਣੀ ਭਇਆ, ਜਾਏ ਮਿਲਿਓ ਟਲ ਕੂਲ। ਓਰਾ ਗੜੇ ਆਪਾਂ ਦੇਖੇ ਜਦੋਂ ਮੀਂਹ ਪੈਂਦਾ, ਕਈ ਵਾਰ ਗੜੇਮਾਰੀ ਵੀ ਹੁੰਦੀ ਹੈ, ਅਤੇ ਜਦੋਂ ਧੁੱਪ ਚੜ੍ਹਦੀ ਹੈ ਅਤੇ ਹੌਲੀ ਹੌਲੀ ਉਹ ਜਿਹੜੇ ਗੜੇ ਨੇ, ਪੱਥਰ ਹੈ ਜਿਹੜੇ, ਬਰਫ਼ ਹੈ ਜਿਹੜੀ, ਉਹ ਪਿਘਲਣੀ ਸ਼ੁਰੂ ਹੁੰਦੀ ਹੈ ਅਤੇ ਹੌਲੀ ਹੌਲੀ ਉਹ ਪਾਣੀ ਦੇ ਵਿੱਚ ਹੀ ਜਾ ਰਲ ਜਾਂਦਾ ਹੈ। ਕਬੀਰ ਸਾਹਿਬ ਸਿੱਖਿਆ ਦਿੰਦੇ ਨੇ, ਕਹਿਣ ਲੱਗੇ ਅਵਿਦਿਆ ਦੀ ਨੀਂਦ ਵਿੱਚ ਸੁੱਤੇ ਹੋਏ ਇਹ ਜੀਵ, ਇਹ ਬਰਫ਼ ਦੇ ਗੋਲੇ ਵਾਂਗੂ ਜੰਮੇ ਪਏ ਨੇ। ਜਦੋਂ ਗੁਰੂ ਦਾ ਗਿਆਨ ਦਾ ਜਿਹੜਾ ਗਿਆਨ ਰੂਪੀ ਕਿਰਨ ਇਹਦੇ ਉੱਪਰ ਪੈਂਦੀ ਹੈ, ਗਿਆਨ ਪ੍ਰਗਾਸ ਅਗਿਆਨ ਮਿਟੰਤ, ਗਿਆਨ ਦਾ ਚਾਨਣ ਹੁੰਦਾ ਹੈ, ਅਗਿਆਨਤਾ ਦਾ ਹਨੇਰਾ ਦੂਰ ਹੁੰਦਾ ਹੈ, ਜੰਮਿਆ ਹੋਇਆ ਅਗਿਆਨਤਾ ਦਾ ਗੋਲਾ ਪਿਘਲਦਾ ਹੈ, ਜਾਏ ਮਿਲਿਓ ਢਲ ਕੂਲ, ਫਿਰ ਜਾ ਕਰਕੇ ਗੁਰੂ ਦੀ ਬਖਸ਼ਿਸ਼ ਦੇ ਨਾਲ ਗੁਰੂ ਦੇ ਵਿੱਚ ਹੀ ਸਮਾ ਜਾਂਦਾ ਹੈ। ਜਿਸ ਤਰ੍ਹਾਂ ਪਾਤਸ਼ਾਹ ਦੇ ਬਚਨ ਨੇ, ਹਰ ਹਰ ਜਨ ਦੁਈ ਏਕ ਹੈ, ਬਿਵ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ, ਜੋ ਜਲ ਹੀ ਬਿਖੈ ਸਮਾਹੇ। ਉਵੇਂ ਹੀ ਇਹ ਅਵਿਦਿਆ ਰੂਪੀ ਗੋਲਾ ਜਿਹੜਾ ਹੈ, ਗੁਰੂ ਦੇ ਗਿਆਨ ਰੂਪੀ ਕਿਰਨ ਦੇ ਨਾਲ ਪਿਘਲ ਕੇ ਗੁਰੂ ਦੇ ਵਿੱਚ ਹੀ ਸਮਾ ਜਾਂਦਾ ਹੈ। ਕਬੀਰਾ ਧੂਰ ਸਕੇਲ ਕੈ, ਪੁਰੀਆ ਬਾਂਦੀ ਦੇਹ। ਧੂਰ ਸਕੇਲ ਕੇ, ਕਿਉਂਕਿ ਪਾਂਚ ਤੱਤ ਕੋ ਤਨ ਰਚਿਓ, ਜਨ ਹੂੰ ਚਤੁਰ ਸੁਜਾਨ, ਅਤੇ ਇਹ ਦੇਹ ਜਿਹੜੀ ਹੈ ਵਾਹਿਗੁਰੂ ਨੇ ਸਿਰਜੀ ਹੈ। ਦਿਵਸ ਚਾਰ ਕੋ ਪੇਖਣਾ, ਅੰਤ ਖੇਹ ਕੀ ਖੇਹ। ਕਹਿੰਦੇ 4 ਕੋ ਦਿਨ ਦੀ ਖੇਡ ਹੈ, ਅਤੇ ਅੰਤ ਨੂੰ ਫਿਰ ਇਹ ਸਰੀਰ ਨੇ ਖੇਹ ਹੋ ਜਾਣਾ ਹੈ, ਮਿੱਟੀ ਹੋ ਜਾਣਾ ਹੈ। ਕਬੀਰ ਸੂਰਜ ਚਾਂਦ ਕੈ, ਉਹਦਾ ਭਈ ਸਭ ਦੇਹ। 2 ਪੱਖ ਮੰਨੇ ਗਏ ਨੇ ਮਹੀਨੇ ਦੇ ਵਿੱਚ, ਇੱਕ ਪੱਖ ਸੂਰਜ ਦਾ ਮੰਨਿਆ, ਇੱਕ ਚੰਦਰਮੇ ਦਾ ਮੰਨਿਆ ਗਿਆ, 15 ਵਾੜੇ ਮੰਨੇ ਗਏ ਨੇ। ਕਹਿਣ ਲੱਗੇ ਕਿਸੇ ਦਾ ਜਨਮ ਜਿਹੜਾ ਹੈ ਉਹ ਸੂਰਜ ਪੱਖ ਵਿੱਚ ਹੁੰਦਾ ਹੈ, ਅਤੇ ਕਿਸੇ ਦਾ ਜਨਮ ਜਿਹੜਾ ਹੈ ਚੰਦਰ ਪੱਖ ਦੇ ਵਿੱਚ ਹੁੰਦਾ ਹੈ। ਕਬੀਰ ਸਾਹਿਬ ਕਹਿਣ ਲੱਗੇ ਦੇਖੋ ਭਾਈ, ਸੂਰਜ ਚਾਂਦ ਕੈ ਉਦੈ ਭਈ ਸਭ ਦੇ,
ਇਉਂ ਸਾਰੀਆਂ ਦੇਹਾਂ ਸਾਰੇ ਸਰੀਰ ਜਿਹੜੇ ਨੇ ਪ੍ਰਗਟ ਹੋਏ ਹਨ। ਗੁਰੂ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇਹ। ਮਹਾਰਾਜ ਜੀ ਕਹਿੰਦੇ ਇੱਕ ਗੱਲ ਪੱਲੇ ਬੰਨਿਓ ਕਿ ਵਾਹਿਗੁਰੂ ਦੇ ਨਾਮ ਤੋਂ ਬਗੈਰ ਇਹ ਜਿਹੜੀ ਦੇਹ ਹੈ ਇਹਨੇ ਇੱਕ ਦਿਨ ਮਿੱਟੀ ਹੋ ਜਾਣਾ ਹੈ, ਪਲਟ ਬਦਲ ਕੇ। ਮਿੱਟੀ ਤੋਂ ਹੀ ਬਣੀ ਸੀ, ਪੰਜਾਂ ਤੱਤਾਂ ਤੋਂ ਹੀ ਬਣੀ ਸੀ, ਪਰ ਜੇ ਵਾਹਿਗੁਰੂ ਦਾ ਨਾਮ ਨਾ ਕਮਾ ਸਕੇ ਤੇ ਇਹਨੇ ਦੁਆਰਾ ਫਿਰ ਮਿੱਟੀ ਹੀ ਬਣ ਜਾਣਾ ਹੈ। ਜਹ ਅਨਭਉਤ ਹੈ ਪੈ ਨਹੀਂ, ਜਹ ਪਉਤ ਹੈ ਹਰ ਨਾਹਿ। ਜਹ ਅਨਭਉ, ਅਨਭਉ ਪ੍ਰਮਾਤਮਾ ਦਾ, ਜਿੱਥੇ ਵਾਹਿਗੁਰੂ ਦੇ ਵਿੱਚ ਸੁਰਤੀ ਜੁੜਦੀ ਹੈ, ਜਿੱਥੇ ਵਾਹਿਗੁਰੂ ਦੇ ਵਿੱਚ ਇਕਾਗਰਤਾ ਬਣਦੀ ਹੈ, ਉੱਥੇ ਦੁਨੀਆ ਦਾ ਭੈ ਨਹੀਂ ਹੁੰਦਾ। ਫਿਰ ਜਹ ਅਨਭਉ ਤੈ ਭੈ ਨਹੀਂ, ਉੱਥੇ ਕੋਈ ਡਰ ਨਹੀਂ। ਤੇ ਜਿੱਥੇ ਭੈ ਹੈ ਤੇ ਉੱਥੇ ਹਰ ਨਹੀਂ। ਭੈ ਕਿਹੜਾ ਹੈ? ਦੁਨੀਆ ਦਾ। ਜਦੋਂ ਅਸੀਂ ਦੁਨੀਆ ਤੋਂ ਡਰਦੇ ਹਾਂ ਤੇ ਅਸੀਂ ਵਾਹਿਗੁਰੂ ਤੋਂ ਨਹੀਂ ਡਰਦੇ, ਕਹਿੰਦੇ ਉਦੋਂ ਫਿਰ ਤੁਸੀਂ ਦੁਨੀਆ ਨੂੰ ਖੁਸ਼ ਕਰ ਲਿਓ, ਵਾਹਿਗੁਰੂ ਨਹੀਂ ਆ ਸਕਦਾ। ਜਿਸ ਦਿਨ ਤੁਹਾਡੇ ਅੰਦਰ ਭਉ ਭਰਿਆ, ਵਾਹਿਗੁਰੂ ਦੇ ਨਾਮ ਦਾ ਭਉ ਪੈ ਗਿਆ, ਦਿਸ਼ਾ ਗਈ ਸਭ ਭੂਲ, ਸਾਰੀਆਂ ਦਿਸ਼ਾਵਾਂ ਦੁਨੀਆ ਦੀਆਂ ਭੁੱਲ ਗਈਆਂ, ਉਹ ਆਨੰਦ ਵੱਖਰਾ ਹੈ। ਪਰ ਜਦੋਂ ਤੁਸੀਂ ਵਾਹਿਗੁਰੂ ਨੂੰ ਭੁੱਲ ਕੇ ਦੁਨੀਆ ਦਾ ਡਰ ਮੁੱਖ ਰੱਖੋਗੇ, ਕਹਿਣ ਲੱਗੇ ਉਦੋਂ ਤੁਹਾਨੂੰ ਕੁਝ ਵੀ ਨਹੀਂ ਮਿਲਣਾ। ਕਹਿਓ ਕਬੀਰ ਵਿਚਾਰ ਕੈ ਸੰਤ ਸੁਨਹੁ ਮਨ ਮਾਹੇ। ਕਬੀਰ ਸਾਹਿਬ ਕਹਿਣ ਲੱਗੇ, ਹੇ ਸੰਤ ਜਨੋ, ਹੇ ਮਹਾਤਮਾ ਜਨੋ, ਇਹ ਆਪਣੇ ਮਨ ਦੇ ਵਿੱਚ ਚੰਗੀ ਤਰ੍ਹਾਂ ਸਮਝ ਲਓ, ਵਿਚਾਰ ਕਰ ਲਓ ਕਿ ਦੁਨੀਆ ਦਾ ਡਰ ਮਨ ਵਿੱਚ ਰੱਖਣਾ ਹੈ ਕਿ ਉਸ ਸਿਰਜਣਹਾਰ ਅਕਾਲ ਪੁਰਖ ਵਾਹਿਗੁਰੂ ਦਾ ਮਨ ਵਿੱਚ ਨਿਰਮਲ ਭਉ ਰੱਖਣਾ ਹੈ। ਜੇ ਵਾਹਿਗੁਰੂ ਦਾ ਨਿਰਮਲ ਭਉ ਹੋਵੇਗਾ ਤੇ ਫਿਰ ਦੁਨੀਆ ਦੇ ਡਰ ਸਾਨੂੰ ਨਹੀਂ ਸਤਾਉਣਗੇ, ਕਿਉਂਕਿ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਇਹ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਸਮਝਾਇਆ, ਨਾ ਕਿਸੇ ਨੂੰ ਡਰਾਉਣਾ ਹੈ ਤੇ ਨਾ ਕਿਸੇ ਦਾ ਡਰ ਮੰਨਣਾ ਹੈ, ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਡਰ ਦੇ ਵਿੱਚ ਰਹਿਣਾ ਹੈ। ਇੱਥੋਂ ਤੱਕ ਕਥਾ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਤੋਂ ਖਿਮਾ। ਗੁਰੂ ਕੀ ਸੰਗਤ ਗੁਰੂ ਮਹਾਰਾਜ ਬਖਸ਼ਣਯੋਗ ਹਨ, ਕਿਰਪਾ ਕਰਕੇ ਬਖਸ਼ ਦੇਣਾ ਜੀ। ਅਗਾਂਹ ਤੋਂ ਸਮੱਤ ਬਖਸ਼ਣੀ, ਸ੍ਰੇਸ਼ਟ ਮਤ ਬੁੱਧ ਅਨੁਸਾਰ ਕਥਾ ਵਿਚਾਰ ਕਰ ਸਕੀਏ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ, ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਹ ਅਨਭਉਤ ਹੈ ਭੈ ਨਹੀਂ, ਜਹ ਪਉਤ ਹੈ ਹਰ ਨਾਹਿ। ਕਹਿਓ ਕਬੀਰ ਵਿਚਾਰ ਕੈ ਸੰਤ ਸੁਨਹੁ ਮਨ ਮਾਹੇ। ਵਾਹਿਗੁਰੂ ਜੀ।